पंजाब दे गौरव। फ्लाइंग सिख मिल्खा सिंह। सन 47 ਦੇ ਦੰਗਿਆਂ ਵਿੱਚ ਅਣਗਿਣਤ ਲੋਕਾਂ ਦੇ ਘਰ ਤਬਾਹ ਹੋਏ। ਬੱਚਿਆਂ ਆਪਣੇ ਸਾਹਮਣੇ ਮਾਪਿਆਂ ਦੇ ਕਤਲ ਹੁੰਦੇ ਵੇਖੇ। ਅਜਿਹਾ ਹੀ ਇੱਕ ਮੁੰਡਾ ਜਿਹਦੇ ਮਾਪਿਓ ਉਹਦੀਆਂ ਅੱਖਾਂ ਸਾਹਮਣੇ ਕਤਲ ਹੋਏ ਤੇ ਉਹ ਬੇਵਸ ਜਿਹਾ ਰੁਲਦਾ ਖੁਲਦਾ ਦਿੱਲੀ ਆ ਪਹੁੰਚਿਆ। ਰਿਸ਼ਤੇਦਾਰਾਂ ਵੀ ਸਹਾਰਾ ਨਾ ਦਿੱਤਾ। ਕਦੇ ਰੇਲਵੇ ਪਲੇਟਫਾਰਮ ਤੇ ਰੁਲਦਾ ਤੇ ਕਦੇ ਦਿੱਲੀ ਦੀਆਂ ਗਲੀਆਂ ਵਿੱਚ। ਉਸ ਵਕਤ ਕਿਸੇ ਨੇ ਸੋਚਿਆ ਹੋਣਾ ਕਿ ਉਹ ਮਾੜੇ ਹਾਲੀ ਜੀ ਰਿਹਾ ਮੁੰਡਾ ਇੱਕ ਦਿਨ ਵਿਸ਼ਵ ਪ੍ਰਸਿੱਧ ਦੌੜਾਕ ਫਲਾਇੰਗ ਸਿੱਖ ਮਿਲਖਾ ਸਿੰਘ ਬਣੇਗਾ। ਫਲਾਇੰਗ ਸਿੱਖ ਮਿਲਖਾ ਸਿੰਘ ਨੇ ਜ਼ਿੰਦਗੀ ਦੀਆਂ ਬੜੀਆਂ ਤਲਖ ਸੱਚਾਈਆਂ ਆਪਣੇ ਪਿੰਡੇ ਹੰਡਾਈਆਂ। ਗੱਡੀ ਵਿੱਚ ਬਿਨਾਂ ਟਿਕਟ ਸਫ਼ਰ ਕਰਦਿਆਂ ਫੜਿਆ ਗਿਆ। ਜੁਰਮਾਨਾ ਤੇ ਸਜ਼ਾ ਹੋਈ। ਭੈਣ ਨੇ ਵਾਲੀਆਂ ਵੇਚ ਕੇ ਭਰਾ ਛੁਡਵਾਇਆ। ਭੁੱਖਾਂ ਤੇਹਾਂ ਕੱਟੀਆਂ, ਪਰ ਕੁਝ ਕਰ ਗੁਜ਼ਰਨ ਦੀ ਲਗਨ ਨੇ ਮਿਲਖਾ ਸਿੰਘ ਦਾ ਹੌਸਲਾ ਬੁਲੰਦ ਰੱਖਿਆ। ਮਿਲਖਾ ਸਿੰਘ ਦਾ ਜਨਮ ਕਿਹੜੀ ਤਾਰੀਖ ਨੂੰ ਹੋਇਆ, ਕਿਹੜੇ ਸਾਲ ਹੋਇਆ, ਇਹ ਕਿਸੇ ਰਜਿਸਟਰ ਵਿੱਚ ਦਰਜ ਨਹੀਂ। ਅਗਰ ਸੱਚ ਮੈਨੂੰ ਪੁੱਛਦੇ ਹੋ ਤਾਂ ਮੈਨੂੰ ਹਾਲੇ ਤੱਕ ਨਹੀਂ ਪਤਾ ਕਿ ਮੇਰਾ ਜਨਮ ਕਿਹੜੀ ਘੜੀ, ਕਿਹੜੇ ਦਿਨ, ਕਿਹੜੇ ਮਹੀਨੇ ਜਾਂ ਕਿਹੜੇ ਸਾਲ ਦੇ ਵਿੱਚ ਹੋਇਆ। ਮੈਨੂੰ ਇਸ ਗੱਲ ਦਾ ਨਹੀਂ ਪਤਾ। ਪਰ ਇਹ ਜ਼ਰੂਰ ਹੈ ਕਿ ਪਾਰਟੀਸ਼ਨ ਤੋਂ ਬਾਅਦ ਮੇਰੀ ਕਜ਼ਨ ਸਿਸਟਰ ਹੈ ਜਿਹੜੀ ਕਿ ਉੱਥੋਂ ਬਚ ਕੇ ਆਈ ਹੈ ਔਰ ਉਹਦੀ ਉਮਰ ਕਰੀਬਨ ਕੋਈ ਇਸ ਵੇਲੇ 80 ਸਾਲ ਦੇ ਕਰੀਬ ਹੋਣੀ ਹੈ। ਔਰ ਜਦ ਕਦੀ ਵੀ ਮੈਨੂੰ ਮੌਕਾ ਮਿਲਦਾ ਉਹਦੇ ਨਾਲ ਗੱਲ ਕਰਨ ਦਾ ਔਰ ਪੁੱਛਣ ਦਾ ਕਿ ਭੈਣ ਜੀ ਮੈਨੂੰ ਦੱਸ ਸਕਦੇ ਹੋ ਕਿ ਮੇਰਾ ਜਨਮ ਜਿਹੜਾ ਹੈ ਕਿਸ ਘੜੀ ਔਰ ਕਿਸ ਦਿਨ ਜਾਂ ਕਿਹੜੇ ਮਹੀਨੇ ਦੇ ਵਿੱਚ ਹੋਇਆ, ਅਤੇ ਉਹ ਵਿਚਾਰੀ ਇੰਨਾ ਹੀ ਜਾਣਦੀ ਹੈ ਕਿ ਉਦੋਂ ਸਰਦੀਆਂ ਸੀ। ਉਹਨੂੰ ਇਹ ਨਹੀਂ ਪਤਾ ਵੀ ਕਿਹੜਾ ਸਾਲ ਸੀ ਅਤੇ ਕਿਹੜਾ ਦਿਨ ਸੀ। ਅਤੇ ਇਸ ਕਰਕੇ ਮੇਰੇ ਜਨਮ ਦਾ ਮੈਨੂੰ ਬਿਲਕੁਲ ਨਹੀਂ ਪਤਾ। ਪਰ ਅੰਦਾਜ਼ੇ ਦੇ ਤੌਰ 'ਤੇ ਮੇਰੇ ਬੱਚੇ ਜਿਹੜੇ ਨੇ ਉਹ 1931 ਦਾ ਮਨਾ ਲੈਂਦੇ ਨੇ। ਮੇਰਾ ਜਿਹੜਾ ਖਾਨਦਾਨ ਸੀ ਉਹ ਸਾਰੇ ਲੈਲਪੁਰ ਦੇ ਰਹਿਣ ਵਾਲੇ ਸੀ। 204 ਚੱਕ ਸੀ ਸਾਡਾ। ਮੇਰੇ ਇੱਕ ਭਾਈ ਆਰਮੀ ਦੇ ਵਿੱਚ ਸੀ। ਉਹਨਾਂ ਨੂੰ ਅੰਗਰੇਜ਼ਾਂ ਦੇ ਟਾਈਮ ਮੁਰੱਬੇ ਮਿਲ ਗਏ ਔਰ ਅਸੀਂ ਉੱਥੋਂ 204 ਚੱਕ ਦੇ ਵਿੱਚੋਂ ਸ਼ਿਫਟ ਕਰਕੇ ਜ਼ਿਲ੍ਹਾ ਮੁਜ਼ੱਫਰਗੜ੍ਹ ਮੁਲਤਾਨ ਦੇ ਲਾਗੇ ਹੈ ਅਤੇ ਪਿੰਡ ਸੀ ਗੋਬਿੰਦਪੁਰਾ ਔਰ ਤਹਿਸੀਲ ਸਾਡੀ ਸੀ ਕੋਟ ਅੱਧੂ। ਉਹ ਗੋਬਿੰਦਪੁਰਾ ਦੇ ਵਿੱਚ ਮੇਰਾ ਜਨਮ ਹੋਇਆ। ਤਕਰੀਬਨ ਮੈਂ 5ਵੀਂ ਕਲਾਸ ਤੱਕ ਉੱਥੇ ਪਾਕਿਸਤਾਨ ਦੇ ਵਿੱਚ ਹੀ ਪੜ੍ਹਿਆ। 6ਵੀਂ ਦੇ ਵਿੱਚ ਮੈਂ ਹੋਇਆ ਸੀ, ਪਾਕਿਸਤਾਨ ਬਣ ਗਿਆ। ਔਰ ਜਦ ਸਾਡੇ ਪਿੰਡ 'ਤੇ ਹਮਲਾ ਹੋਇਆ ਅਤੇ ਸਰਦਾਰਾਂ ਦੇ ਉੱਤੇ 2-4 ਪਿੰਡ ਸੀ ਔਰ ਉਹ ਸਾਰੇ ਇਕੱਠੇ ਹੋ ਕੇ ਇੱਕੋ ਪਿੰਡ 'ਚ ਆ ਗਏ ਅਤੇ ਉਸ ਹਮਲੇ ਦੇ ਵਿੱਚ ਸਾਰੇ ਦੇ ਸਾਰੇ ਹੀ ਮਾਰੇ ਗਏ। ਔਰ ਉਸ ਹਮਲੇ ਦੇ ਵਿੱਚੋਂ ਚੀਕ ਚਿੰਗਾੜੇ ਦੇ ਵਿੱਚੋਂ ਜਿਹੜੇ ਲੋਕ ਬਚੇ ਇੱਧਰ ਉੱਧਰ ਦੌੜੇ, ਜਿਨ੍ਹਾਂ ਨੇ ਨਹਿਰੇ ਛਾਲਾਂ ਮਾਰਤੀਆਂ, ਨਾਲ ਦੀ ਨਹਿਰ ਵਗਦੀ ਸੀ, ਜਾਂ ਦੌੜ ਕੇ ਬੂਝਿਆਂ 'ਚ ਵੜ ਗਏ, ਬਚ ਗਏ। ਉਹੀ 2-4 ਆਦਮੀ ਉਸ ਪਿੰਡ ਦੇ ਵਿੱਚੋਂ ਬਚ ਕੇ ਆਏ। ਬਾਕੀ ਜਿਹੜੇ ਸੀ ਹਜ਼ਾਰਾਂ ਹੀ ਲੋਕ ਉੱਥੇ ਮਾਰੇ ਗਏ। ਅਤੇ ਫਿਰ ਮਿਲਟਰੀ ਦਾ ਉੱਥੋਂ ਕਾਨਵਾਈ ਆਈ ਜਿਹੜੀ ਸਾਨੂੰ ਉੱਥੋਂ ਲੈ ਕੇ ਆਈ, ਕੱਢ ਕੇ ਲਿਆਂਦਾ ਉਹਨਾਂ ਨੇ ਸਾਨੂੰ ਇੱਥੇ, ਅਤੇ ਅਸੀਂ ਇੱਥੇ ਦਿੱਲੀ ਪਹੁੰਚੇ। ਔਰ ਜਦ ਅਸੀਂ ਦਿੱਲੀ ਸਟੇਸ਼ਨ 'ਤੇ ਆਏ ਅਤੇ ਰੈਫਿਊਜੀ ਬਣ ਕੇ ਕਾਫੀ ਦੇਰ ਉੱਥੇ ਪੈ ਰਹੇ। ਲੋਕ ਰੋਟੀਆਂ ਪਕਾ ਕੇ ਲਿਆਂਦੇ ਸੀ ਔਰ ਸਾਰੇ ਰੈਫਿਊਜੀ ਉੱਥੇ ਲਾਈਨ 'ਚ ਬੈਠੇ ਹੁੰਦੇ ਸੀ। ਉਹਨਾਂ ਵਿਚਾਰਿਆਂ ਨੂੰ ਜੋ ਵੀ ਮਿਲਦਾ ਸੀ, ਦਾਲ ਫੁਲਕਾ, ਉਹ ਲੈ ਲੈਂਦੇ ਸੀ। ਪਰ
ਉਹ ਜਿਹੜਾ ਗਮ ਸੀ ਜਿਹੜਾ ਜਿਹਦੇ 'ਚ ਕਿ ਮੇਰੇ ਮਾਂ ਪਿਓ ਮਰ ਗਏ ਸੀ, ਉਹ ਹਾਲੇ ਮੇਰੇ ਦਿਲ ਵਿੱਚ ਰਸਤਾ ਸੀ ਉਸੇ ਤਰੀਕੇ ਨਾਲ। ਪਰ ਮੈਂ ਇਹ ਸੋਚਿਆ ਕਿ ਮਿਲਖਾ ਸਿੰਘ ਤੂੰ ਕਿੰਨੀ ਕੁ ਦੇਰ ਦਿੱਲੀ ਸਟੇਸ਼ਨ 'ਤੇ ਪਿਆ ਰਹੇਗਾ ਔਰ ਕਿੰਨੀ ਕੁ ਦੇਰ ਲੋਕੀ ਇਸ ਤਰ੍ਹਾਂ ਰੋਟੀਆਂ ਲਿਆ ਕੇ ਦੇਣਗੇ ਤੈਨੂੰ। ਹਿੰਮਤ ਕਰ ਔਰ ਕੁਛ ਨਾ ਕੁਛ ਕਰਨ ਦੀ ਕੋਸ਼ਿਸ਼ ਕਰ। ਮੈਂ 1947 ਦੇ ਵਿੱਚ ਫਿਰ ਇੱਕ ਦੁਕਾਨ ਦੇ ਉੱਤੇ 10 ਰੁਪਏ ਮਹੀਨੇ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਦਿੱਲੀ ਦੇ ਵਿੱਚ। ਉਹ ਦੁਕਾਨ ਮੈਂ ਉਹਨਾਂ ਦੀ ਸਾਫ਼ ਕਰ ਦੇਣੀ, ਦੁਕਾਨ ਦੀ ਰਾਖੀ ਰੱਖਣੀ। ਅਤੇ ਮੈਨੂੰ ਪਤਾ ਚੱਲਿਆ ਕਿ ਮੇਰੀ ਇੱਕ ਸਿਸਟਰ ਜਿਹੜੀ ਹੈ ਉਹ ਹੈਦਰਾਬਾਦ ਸਿੰਧ ਦੇ ਵਿੱਚ ਵਿਆਹੀ ਹੋਈ ਸੀ। ਉੱਥੋਂ ਬਚ ਕੇ ਸ਼ਾਹਦਰੇ ਆ ਗਈ ਸੀ। ਉਹਦੇ ਸਾਰੇ ਜਿਹੜੇ ਸੀ ਸਹੁਰੇ ਔਰ ਉਹਦਾ ਹਸਬੈਂਡ ਵਗੈਰਾ ਸਾਰੇ ਬਚ ਕੇ ਉਹ ਸ਼ਾਹਦਰੇ ਪਹੁੰਚੇ ਅਤੇ ਮੈਨੂੰ ਰੇਡੀਓ ਜ਼ਰੀਏ ਪਤਾ ਲੱਗਾ ਅਤੇ ਮੈਂ ਉੱਥੇ ਸ਼ਾਹਦਰੇ ਪਹੁੰਚਿਆ ਅਤੇ ਉਹਨਾਂ ਨੇ ਫਿਰ ਮੈਨੂੰ ਆਪਣੇ ਕੋਲ ਰੱਖਣਾ ਸ਼ੁਰੂ ਕੀਤਾ। ਇੱਕ ਸਮਾਂ ਆਇਆ ਜਦੋਂ ਮਿਲਖਾ ਸਿੰਘ ਨੇ ਤੰਗ ਆ ਕੇ ਡਾਕੂ ਬਣਨ ਬਾਰੇ ਵੀ ਸੋਚ ਲਿਆ, ਪਰ ਸਬੱਬ ਨਾਲ ਹੀ 1952 ਵਿੱਚ ਮਿਲਖਾ ਸਿੰਘ ਦੇ ਭਰਾ ਨੇ ਉਹਨੂੰ ਫੌਜ ਵਿੱਚ ਭਰਤੀ ਕਰਵਾ ਦਿੱਤਾ ਤੇ ਜਦੋਂ ਤੱਕ ਉਹ ਟ੍ਰੇਨਿੰਗ ਲਈ ਸਿਕੰਦਰਾਬਾਦ ਗਿਆ, ਮਿਲਖਾ ਸਿੰਘ ਨੂੰ ਖੇਡਾਂ ਬਾਰੇ ਪੂਰਾ ਵੀ ਪਤਾ ਨਹੀਂ ਸੀ। ਮੈਨੂੰ ਇਸ ਗੱਲ ਦਾ ਬਿਲਕੁਲ ਨਹੀਂ ਸੀ ਪਤਾ ਕਿ ਹਿੰਦੁਸਤਾਨ ਦੀਆਂ ਵੀ ਖੇਲਾਂ ਹੁੰਦੀਆਂ ਨੇ ਜਾਂ ਏਸ਼ੀਆਈ ਖੇਲਾਂ ਵੀ ਹੁੰਦੀਆਂ ਨੇ ਜਾਂ ਓਲੰਪਿਕ ਖੇਲਾਂ ਵੀ ਹੁੰਦੀਆਂ ਸੀ। ਮੈਨੂੰ ਇਸ ਬਾਰੇ 'ਚ ਕੁਛ ਪਤਾ ਨਹੀਂ ਸੀ। ਇਹ ਜਦ ਟ੍ਰੇਨਿੰਗ ਕਰ ਰਹੇ ਸੀ, ਰਿਕਰੂਟਿੰਗ ਅਸੀਂ ਕਰ ਰਹੇ ਸੀ, ਅਤੇ ਮੈਂ ਕੀ ਕਰਨਾ ਕਿ ਆਪਣਾ ਖਾਣਾ ਲਾਈਨ ਦੇ ਵਿੱਚ ਲੱਗ ਕੇ ਰਾਤ ਨੂੰ ਲੈ ਕੇ ਨਾ ਪਲੇਟ ਭਰ ਕੇ ਆਪਣੇ ਖਾਣੇ ਦੀ, ਅਤੇ ਉਹ ਮੈਂ ਆਪਣੀ ਚਾਰਪਾਈ ਦੇ ਥੱਲੇ ਲਿਆ ਕੇ ਰੱਖ ਦੇਣੀ। ਉਹ ਚਾਰਪਾਈ ਦੇ ਥੱਲੇ ਲਿਆ ਕੇ ਰੱਖ ਦੇਣੀ ਅਤੇ ਨਾਲ ਦਿਆਂ ਨੂੰ ਕਹਿ ਜਾਣਾ ਵੀ ਮੇਰੀ ਜਿਹੜੀ ਪਲੇਟ ਹੈ ਇਹਦਾ ਧਿਆਨ ਰੱਖਿਓ, ਬਿੱਲੀ ਜਾਂ ਕੁੱਤਾ ਨਾ ਇਸ ਨੂੰ ਪੈ ਜਾਏ ਖਾਣੇ ਨੂੰ ਮੇਰੇ ਨੂੰ। ਅਤੇ ਮੈਂ ਅੱਧਾ ਘੰਟਾ ਆਪਣੇ ਗਰਾਊਂਡ 'ਤੇ ਦੌੜ ਕੇ ਅਤੇ ਮੈਂ ਆਇਆ ਹੁਣੇ। ਮੈਂ ਜਾਣਾ ਰਾਤ ਨੂੰ ਜਾ ਕੇ ਗਰਾਊਂਡ ਦੇ ਚੱਕਰ ਲਾਣੇ ਅਤੇ ਥੱਕ ਕੇ ਬਹਿ ਜਾਣਾ, ਚੱਕਰ ਲਾਣਾ ਅਤੇ ਥੱਕ ਕੇ ਬਹਿ ਜਾਣਾ। ਉਦੋਂ ਕੋਈ ਗਾਈਡ ਕਰਨ ਵਾਲਾ ਨਹੀਂ ਸੀ, ਕੋਈ ਦੱਸਣ ਵਾਲਾ ਨਹੀਂ ਸੀ ਵੀ ਕਿਸ ਤਰੀਕੇ ਨਾਲ ਦੌੜਨਾ, ਕੀ ਕਰਨਾ। ਪਰ ਉਹ ਦਿਮਾਗ ਦੇ ਵਿੱਚ ਗੱਲ ਚੱਲ ਰਹੀ ਸੀ ਕਿ ਮੈਂ ਆਪਣੇ ਛਾਤੀ 'ਤੇ ਇੰਡੀਆ ਲਿਖਾਣਾ। ਉਹ ਕੁਦਰਤ ਇੱਕ ਹੁੰਦਾ ਨਾ ਇਸ ਤਰੀਕੇ ਨਾਲ ਕੋਈ ਨਾ ਕੋਈ ਚਾਂਸ ਬਣਨਾ ਹੁੰਦਾ। ਅਤੇ ਇੱਕ ਦਿਨ ਜਦ ਮੈਂ ਰਾਤ ਨੂੰ ਦੌੜਦਾ ਸੀ ਅਤੇ ਜਿਹੜਾ ਸਾਡਾ ਬ੍ਰਿਗੇਡੀਅਰ ਸੀ, ਬ੍ਰਿਗੇਡ ਕਮਾਂਡਰ ਸੀ ਜਿਹੜਾ ਉੱਥੋਂ ਦਾ, ਉਹ ਆਪਣੀ ਸੋਟੀ ਜੀ ਲੈ ਕੇ ਅਤੇ ਸੈਰ ਰੋਜ਼ ਕਰਨ ਨੂੰ ਨਿਕਲਦਾ ਸੀ ਉੱਥੋਂ ਸ਼ਾਮ ਨੂੰ। ਉਹ ਇੱਕ ਦਿਨ ਹੋਇਆ ਹੈ ਕਿ ਸੈਰ ਕਰਦੇ ਕਰਦੇ ਉਹਨੇ ਦੇਖਿਆ ਵੀ ਰੋਜ਼ ਮੈਂ ਇੱਕ ਜਵਾਨ ਦੇਖਦਾ ਵੀ ਰਾਤ ਨੂੰ ਉਹ ਚੱਕਰ ਲਾਉਂਦਾ ਹੈ ਗਰਾਊਂਡ ਦੇ ਉੱਤੇ, ਗੱਲ ਕੀ ਹੈ। ਉਹ ਮੇਰੇ ਕੋਲ ਆ ਗਿਆ, ਉੱਥੇ ਮੇਰੇ ਕੋਲ ਆ ਗਿਆ ਅਤੇ ਉਹਨੇ ਆਂਦੇ ਹੀ ਮੈਨੂੰ ਪੁੱਛਿਆ ਕਿ ਜਵਾਨ ਕਿਆ ਨਾਮ ਹੈ तुम्हारा। तो मैं इस तरह खड़ा होकर मैं कहा सर मेरा नाम मिल्खा सिंह है। अच्छा क्यों, क्या कर रहे हो तुम, रात को क्या करते हो। तो मैं उन्होंने कह देता साधारण लफ्ज़ों में कहता, मैं कहा सर मुझे टाइम नहीं मिलता है, सारा दिन परेड करनी पड़ती है, पीटी करनी पड़ती है, तो ट्रेनिंग के लिए टाइम नहीं मिलता है, मैं दौड़ना चाहता हूँ। बस उन्हें मेरी इन्नी गल सुनी तो वो उत्थों चला गया। वो सवेरे जनाब मेरी तो मुसीबत आ गई। जिसले मैं सवेरे मेरा जो इंस्ट्रक्टर सी वो आ गया, उन्हें मैनू आंदे 4 गालां कढ़ियाँ, हरामजादे ये वो, तुमने क्या बोला ब्रिगेडियर साहब को। मैंने कहा जी हमने तो कुछ नहीं बोला ब्रिगेडियर साहब को। कहने लगा नहीं आपको बुलाया है, आप आगे जाएगा, आपको क्वार्टर गार्ड बंद करेंगे। तो होया ये कि वो फिर मैनू 2 घंटे टाइम मिलना शुरू हो गया और मैं अपनी प्रैक्टिस उस तरीके जारी रखी और ऐसा ऐसा करते करते ए मेरा इस तरीके जीवन जोड़ा उत्थों दौड़न का जोड़ा वो शुरू होया। ਵਿੱਚ ਪਟਿਆਲੇ ਵਿੱਚ ਹੋਈਆਂ ਰਾਸ਼ਟਰੀ ਖੇਡਾਂ ਵਿੱਚ ਮਿਲਖਾ ਸਿੰਘ ਦਾ ਨਾਂ ਖੇਡ ਜਗਤ ਵਿੱਚ ਆਇਆ। ਉਹ 400 ਮੀਟਰ ਵਿੱਚ ਨੰਗੇ ਪੈਰੀ ਭੱਜਿਆ। ਮਹਾਰਾਜਾ ਯਾਦਵਿੰਦਰ ਸਿੰਘ ਨੂੰ ਇਸ ਮੁੰਡੇ ਵਿੱਚ ਭਵਿੱਖ ਦਾ ਵਿਸ਼ਵ ਪ੍ਰਸਿੱਧ ਦੌੜਾਕ ਨਜ਼ਰ ਆ ਗਿਆ ਸੀ ਤੇ 1956 ਦੀਆਂ ਆਸਟ੍ਰੇਲੀਆ ਵਿੱਚ ਹੋਈਆਂ ਓਲੰਪਿਕ ਖੇਡਾਂ ਲਈ ਮਿਲਖਾ ਸਿੰਘ ਨੂੰ ਭਾਰਤੀ ਟੀਮ ਲਈ ਬੈਂਗਲੌਰ ਵਿੱਚ ਲੱਗੇ ਕੈਂਪ ਲਈ ਚੁਣਿਆ ਗਿਆ। ਉਹ 3 ਹਫ਼ਤਿਆਂ ਦੇ ਕੈਂਪ ਦੇ ਵਿੱਚ ਦੌਰਾਨ ਹੀ ਮੈਂ ਇੰਨੀ ਹਾਰਡ ਟ੍ਰੇਨਿੰਗ ਕੀਤੀ, ਇੰਨਾ ਹਾਰਡ ਵਰਕ ਕੀਤਾ। ਹਾਲਾਂਕਿ ਉਹ ਮੁੰਡੇ ਮੇਰਾ ਮਜ਼ਾਕ ਵੀ ਕਰਦੇ ਸੀ ਕਿ ਬਹੁਤ ਦਫਾ ਉਹਨਾਂ ਨੇ ਜਿਸਲੇ ਦੇਖਣਾ ਕਿ ਵੀ ਮੈਂ ਚੰਗਾ ਦੌੜਨ ਰਿਹਾ ਔਰ ਉਹਨਾਂ ਨੂੰ ਬੀਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹਨਾਂ ਨੇ ਮੇਰੇ ਸਾਹਮਣੇ ਬੜੀਆਂ ਇਹੋ ਜਿਹੀਆਂ ਭੈੜੀਆਂ ਗੱਲਾਂ ਵੀ ਕਰਨੀਆਂ ਕਿ ਵੀ ਮਿਲਖਾ ਸਿੰਘ ਨੇ ਆਪ ਵੀ ਮਰਨਾ ਔਰ ਸਾਨੂੰ ਵੀ ਮਾਰਨਾ ਹੈ, ਇੰਨਾ ਹਾਰਡ ਵਰਕ ਕਰਦਾ। ਔਰ ਮੈਨੂੰ ਉਦੋਂ ਉਲਟੀਆਂ ਆ ਜਾਣੀਆਂ ਔਰ ਲੋਕਾਂ ਨੇ ਚੁੱਕ ਕੇ ਮੈਨੂੰ ਗਰਾਊਂਡ ਤੋਂ ਬਾਹਰ ਇਸ ਤਰੀਕੇ ਨਾਲ ਰੱਖਣਾ। ਕਿਉਂਕਿ ਜਿਹੜਾ ਮੇਰਾ ਕੋਚ ਸੀ ਉਹ ਕਹਿੰਦਾ ਹੁੰਦਾ ਸੀ ਮਿਲਖਾ ਸਿੰਘ ਜਿਹੜਾ ਪ੍ਰੋਗਰਾਮ ਮੈਂ ਬਣਾ ਕੇ ਲਿਆਂਦਾ ਹੈ, ਅਗਰ ਜੇ ਤੂੰ ਕਰ ਜਾਏਗਾ ਠੀਕ ਢੰਗ ਦੇ ਨਾਲ ਤੇ ਤੂੰ ਸਾਰਿਆਂ ਨੂੰ ਐਸੇ ਕੈਂਪ 'ਤੇ ਬੀਟ ਕਰੇਗਾ ਔਰ ਜਿਹੜੀ ਟੀਮ ਸਿਲੈਕਟ ਹੋਣੀ ਹੈ ਓਲੰਪਿਕ ਗੇਮ ਦੇ ਵਾਸਤੇ
1956 ਦੇ 'ਚ ਓਲੰਪਿਕ ਗੇਮਸ ਹੋਈਆਂ ਸੀ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਮੈਲਬਰਨ ਦੇ ਵਿੱਚ, ਵੀ ਉੱਥੇ ਟੀਮ ਜਾਣੀ ਹੈ ਔਰ ਤੂੰ ਜ਼ਰੂਰ ਸਿਲੈਕਟ ਹੋ ਜਾਏਗਾ, ਤੂੰ ਇਸੇ ਤਰੀਕੇ ਨਾਲ ਮਿਹਨਤ ਕਰਦਾ ਰਹੇ। 1956 ਦੀਆਂ ਓਲੰਪਿਕ ਖੇਡਾਂ ਵਿੱਚ ਮਿਲਖਾ ਸਿੰਘ ਸ਼ਾਮਿਲ ਹੋਇਆ। ਜਦ ਮੈਂ ਉੱਥੋਂ 56 ਦੇ 'ਚ ਵਾਪਸ ਆਇਆ ਇੰਡੀਆ ਨੂੰ, ਧਰਤੀ 'ਤੇ ਆਉਂਦੇ ਹੀ ਮੈਂ ਕਸਮ ਖਾਧੀ ਕਿ ਮਿਲਖਾ ਸਿੰਘ ਤੂੰ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਜਿਹਦੇ ਉੱਤੇ ਤੇਰੀ ਸਿਹਤ ਉੱਤੇ ਕੋਈ ਅਸਰ ਪਵੇ ਜਾਂ ਤੇਰਾ ਕੋਈ ਨੁਕਸਾਨ ਹੋਵੇ। ਮੈਂ ਲਗਾਤਾਰ 3-4 ਸਾਲ 56 ਤੋਂ ਲੈ ਕੇ 60 ਤੱਕ 5-5 ਘੰਟੇ ਰੋਜ਼ ਮਿਹਨਤ ਕੀਤੀ ਔਰ ਰੋਜ਼ ਬੇਹੋਸ਼ ਹੋ ਜਾਣਾ ਦੌੜ ਦੌੜ ਕੇ, ਇੰਨੀ ਮਿਹਨਤ ਮੈਂ ਕੀਤੀ। ਮੇਰੇ ਚਿਹਰੇ ਦਾ ਜਿਹੜਾ ਖੂਨ ਸੀ ਉਹ ਅੰਦਰ ਨੂੰ ਸਿਮ ਜਾਂਦਾ ਸੀ, ਮੈਨੂੰ ਖੂਨ ਦੀਆਂ ਉਲਟੀਆਂ ਆਈਆਂ, ਅੰਦਰ ਮੇਰਾ ਫਟ ਜਾਂਦਾ ਰਿਹਾ ਬੜੀ ਵਾਰੀ ਮੈਂ ਡੈਥ ਬੈੱਡ 'ਤੇ ਰਿਹਾ, ਆਕਸੀਜਨ ਮੈਨੂੰ ਲੱਗੀ ਰਹੀ, ਮਗਰ ਮੈਂ ਜਿਹੜੀ ਲਗਨ ਜਿਹੜੀ ਸੀ, ਜਿਹੜਾ ਮੇਰਾ ਦਿਲ ਦੇ ਖਿਆਲਾਤ ਜਿਹੜਾ ਪੈਦਾ ਹੋ ਚੁੱਕੇ ਸੀ ਕਿ ਮਿਲਖਾ ਸਿੰਘ ਜਦ ਤੱਕ ਮੈਂ ਇੰਡੀਆ ਆਪਣੀ ਛਾਤੀ ਦੇ ਉੱਤੇ ਲਿਖਾ ਨਹੀਂ ਲਾਂਗਾ, ਮੈਂ ਚੈਨ ਨਹੀਂ ਲੈਣਾ। ਫਿਰ ਰਾਸ਼ਟਰੀ ਖੇਡਾਂ ਵਿੱਚ 400 ਅਤੇ 200 ਮੀਟਰ ਦੇ ਨਵੇਂ ਰਿਕਾਰਡ ਕਾਇਮ ਕੀਤੇ। 1958 ਦੀਆਂ ਰਾਸ਼ਟਰੀ ਖੇਡਾਂ ਵਿੱਚ ਮਿਲਖਾ ਸਿੰਘ ਨੇ 400 ਅਤੇ 200 ਮੀਟਰ ਦੇ ਏਸ਼ੀਆ ਦੇ ਨਵੇਂ ਰਿਕਾਰਡ ਸਥਾਪਿਤ ਕਰ ਵਿਖਾਏ। ਮਿਲਖਾ ਸਿੰਘ ਦੇ ਇਹਨਾਂ ਨਵੇਂ ਰਿਕਾਰਡਾਂ ਨੇ ਏਸ਼ੀਆ ਦੇ ਦੌੜਾਕਾਂ ਵਿੱਚ ਤੜਥੱਲੀ ਪਾ ਦਿੱਤੀ। ਭਾਰਤ ਸਰਕਾਰ ਨੇ 1958 ਵਿੱਚ ਮਿਲਖਾ ਸਿੰਘ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ। 1958 ਵਿੱਚ ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਮਿਲਖਾ ਸਿੰਘ ਨੇ ਪਾਕਿਸਤਾਨ ਦੇ ਅਬਦੁਲ ਖਾਲਿਕ ਨੂੰ 400 ਮੀਟਰ ਰੇਸ ਵਿੱਚ ਹਰਾ ਕੇ ਏਸ਼ੀਆ ਦਾ ਵਧੀਆ ਐਥਲੀਟ ਹੋਣ ਦਾ ਖਿਤਾਬ ਜਿੱਤਿਆ। ਇਸ ਮਗਰੋਂ 1960 ਵਿੱਚ ਪਾਕਿਸਤਾਨ ਨੇ ਮਿਲਖਾ ਸਿੰਘ ਨੂੰ ਪਾਕਿਸਤਾਨ ਵਿੱਚ ਆ ਕੇ ਅਬਦੁਲ ਖਲਕ ਨਾਲ ਮੁਕਾਬਲੇ ਦਾ ਸੱਦਾ ਦਿੱਤਾ। ਪਾਕਿਸਤਾਨ ਦੇ ਲੋਕ ਉਸ ਸਰਦਾਰ ਨੂੰ ਵੇਖਣਾ ਚਾਹੁੰਦੇ ਸਨ ਜਿਸ ਨੇ ਅਬਦੁਲ ਨੂੰ ਹਰਾਇਆ ਸੀ। ਮਿਲਖਾ ਸਿੰਘ ਦਾ ਪਾਕਿਸਤਾਨ ਪਹੁੰਚਣ ਤੇ ਬੜਾ ਨਿੱਘਾ ਸਵਾਗਤ ਹੋਇਆ। ਲਾਹੌਰ ਵਿੱਚ 70,000 ਤੋਂ ਵੱਧ ਲੋਕ ਇਸ ਦੌੜ ਨੂੰ ਵੇਖਣ ਆਏ। ਅਖਬਾਰਾਂ ਵਿੱਚ ਚਰਚੇ ਸਨ। अखबारों में यही लिखे है सी कि भी मिल्खा सिंह और अब्दुल खालिक की टक्कर, इंडिया और पाकिस्तान की टक्कर। और जिसले रेस शुरू हुई हो सारे स्टेडियम में होना शुरू हुई, अब्दुल खालिक दे और मेरे कदम जेडे सी इकट्ठे उठन डे सी। और जिसले 20-25 गज रेस बाकी रह गई सी 200 मीटर दे विच, वो रहना शुरू हो गया तो मैं अगे नूं वधना शुरू होया। मैं तो उन्होंने बीट कर ही गया, पर मेरे नाल दूजा दौड़िया मक्खन सिंह नाल गया सी, मेरे वो भी दौड़ रहे सी उहदे विच, ते मक्खन सिंह भी उन्होंने आके बीट कर गया। वो 3rd पोजीशन ते गया ते वो जिहड़ा मैं टाइम कढ़िया सी उत्थे वो दुनिया दे रिकॉर्ड दे बराबर सी। 20.7 मैं उत्थे कढ़िया। और जिसले मैं दौड़ के हटिया, रेस खत्म होई ते मैं तो दूए दिन अखबारों में देखा भी जी 30,000 औरतां बैठियां सी बुरका, उन्होंने सारे ने बुरके चुक दिते और उन्होंने कहा कि असी वो सरदार जिहड़ा कि इत्थे दौड़िया। और उस दिन डिमांड हुई सारे स्टेडियम दे विच कि वो सारे स्टेडियम का एक चक्कर लावे। फिर मैं सारे स्टेडियम के चक्कर लाया, उन्होंने मैनू देखा और उस रेस के मगरों जनरल अयूब ने मैनू अपने कोल बुलाया, बिठाया उत्थे अपने कोल, उन्होंने मैनू चाह पिलाई ते उस दिन तो उन्होंने वो फ्लाइंग सिख का खिताब जिहड़ा सी वो मिल्खा सिंह नूं अनाउंस किया स्टेडियम दे विच। और ये होया कि सारियां दुनिया दी अखबारां जिहड़ियां भरियां गईयां कि ये जिहड़ा शख्स है ये दौड़िया नहीं बल्कि उड्डिया है। इसे दौरान मिल्खा सिंह की मुलाकात भारतीय वॉलीबॉल की कैप्टन बीबा निर्मल नाल हुई। इस मगरों श्रीलंका के शहर कोलंबो विच दोवें फिर इतफाकन मिले ते एक दूजे दे होके रह गए ते बीबा निर्मल श्रीमती निर्मल मिल्खा सिंह हो गई। ਇਹ ਪੰਜਾਬ ਦੇ ਵਿੱਚ ਕੈਰੋਂ ਸਾਹਿਬ ਨੇ ਇਹਨਾਂ ਨੂੰ ਡਿਪਟੀ ਡਾਇਰੈਕਟਰ ਦੀ ਪੋਸਟ ਦਿੱਤੀ ਸਪੋਰਟਸ ਡਿਪਾਰਟਮੈਂਟ ਦੇ ਵਿੱਚ ਤੇ ਮੈਨੂੰ ਅਸਿਸਟੈਂਟ ਡਾਇਰੈਕਟਰ ਦੀ ਪੋਸਟ ਮਿਲ ਗਈ। ਉੱਥੇ ਅਸੀਂ ਦੋਨੋਂ ਕੰਮ ਕਰਦੇ ਸੀ ਜਿੱਥੋਂ ਕਿ ਸਾਡੇ ਆਪਸ ਵਿੱਚ ਵਾਕਫੀਅਤ ਪਰਸਨਲ ਤੌਰ ਤੇ ਵਧੀ। ਇਹਨਾਂ ਨੂੰ ਜਿਸ ਤਰ੍ਹਾਂ ਆਪਸ ਵਿੱਚ ਮਿਲਦੇ ਜੁਲਦੇ ਰਹੇ, ਇਹਨਾਂ ਨੂੰ ਮੇਰੀਆਂ ਕੁਆਲਿਟੀਜ਼ ਅੱਛੀਆਂ ਲੱਗੀਆਂ, ਮੈਨੂੰ ਇਹਨਾਂ ਦੀਆਂ ਅੱਛੀਆਂ ਲੱਗੀਆਂ। ਸੋ ਮੇਰੇ ਪੇਰੈਂਟਸ ਹਿੰਦੂ ਫੈਮਿਲੀ ਸੀ, ਇਹਨਾਂ ਦੇ ਸਰਦਾਰ ਫੈਮਿਲੀ ਸੀ। ਮੇਰੇ ਫਾਦਰ ਬੜੇ ਕੱਟੜ ਸੀਗੇ, ਆਰੀਆ ਸਮਾਜੀ ਸੀ। ਕੁਝ ਔਕੜਾਂ ਆਈਆਂ
ਕੁਝ ਵੀ ਨਹੀਂ, ਕਾਫੀ ਜ਼ਿਆਦਾ ਆਈਆਂ। ਪਰ ਮੇਰੇ ਫਾਦਰ ਬੜੇ ਐਜੂਕੇਟਿਡ ਸੀ ਆਪਣੇ ਟਾਈਮ ਦੇ ਵਿੱਚ, ਉਹ ਲਾਅ ਗ੍ਰੈਜੂਏਟ ਸੀ। ਉਹਨਾਂ ਨੇ ਜਿਸਲੇ ਸੋਚਿਆ ਕਿ ਠੀਕ ਹੈ ਇੱਕ ਲੜਕਾ ਇੰਨਾ ਅੱਛਾ ਹੈਗਾ, ਤੇ ਉਹਨਾਂ ਨੇ ਬੜੀ ਅੱਛੀ ਤਰ੍ਹਾਂ ਸ਼ਾਦੀ ਕੀਤੀ, ਮੰਨ ਗਏ, ਔਰ ਸਾਡੀ ਸ਼ਾਦੀ ਫਿਰ ਉਹਨਾਂ ਨੇ ਖੁਦ ਕੀਤੀ। ਇਹਨਾਂ ਦਾ ਦਿਲ ਸ਼ੀਸ਼ੇ ਵਰਗਾ ਹੈ, ਅੱਜ ਤੱਕ ਵੀ ਉਹੀ ਹੈ। ਸਾਡੀ ਸ਼ਾਦੀ ਨੂੰ 27 ਸਾਲ ਹੋ ਚੁੱਕੇ ਨੇ। ਜੋ ਮੈਂ ਇਹਨਾਂ ਨੂੰ ਪਹਿਲੇ ਦਿਨ ਅਸੈਸ ਕੀਤਾ ਸੀ, ਇਹ ਬੰਦਾ ਦਾ ਕਰੈਕਟਰ ਹੈ ਵੀ ਸਿੰਪਲ, ਫਰੈਂਕ, ਰੀਅਲ ਸਪੋਰਟਸਮੈਨ, ਦਿਲ 'ਚ ਕੋਈ ਵੈਰ ਦਵੇਸ਼ ਨਹੀਂ, ਜੋ ਦਿਲ 'ਚ ਹੈ ਸੋਈ ਮੂੰਹ 'ਤੇ। ਇਹਨਾਂ ਦੀ ਡਬਲ ਪਰਸਨੈਲਿਟੀ। ਅੱਜ ਤੱਕ ਘਰੇਲੂ 'ਚ ਕਈ ਗੱਲਾਂ ਹੁੰਦੀਆਂ ਨੇ, ਲੜਾਈ ਝਗੜੇ ਵੀ ਹੁੰਦੇ ਹੈ, ਪਿਆਰ ਵੀ ਹੁੰਦਾ ਹੈ, ਪਰ ਮੇਰਾ ਖਿਆਲ ਹੈ ਮੇਰੇ ਸ਼ਾਦੀ ਦੇ 27 ਸਾਲ ਦੇ ਵਿੱਚ ਅਗਰ ਜੇ ਕਿਸੇ ਵੇਲੇ ਵੀ ਥੋੜ੍ਹੀ ਬਹੁਤ ਆਪਸ ਵਿੱਚ ਝਗੜਾ ਵੀ ਹੋਇਆ ਤੇ ਮੇਰਾ ਖਿਆਲ ਮੇਰੇ ਕਰਕੇ ਹੋਇਆ ਹੋਣਾ, ਇਹਨਾਂ ਦੇ ਕਰਕੇ ਨਹੀਂ ਹੋਇਆ। ਦਿਲ ਦੇ ਸਾਫ਼ ਨੇ, ਜੋ ਦਿਲ 'ਚ ਗੱਲ ਹੈ, ਕੋਈ ਮੇਰੇ ਕੋਲ ਕਦੀ ਕੋਈ ਗੱਲ ਨਹੀਂ ਛੁਪਾਉਂਦੇ। ਬੱਚਿਆਂ ਨਾਲ ਵੀ ਬੜਾ ਪਿਆਰ ਹੈ। ਹਾਲੀ ਮੈਂ ਜਦੋਂ ਬੱਚਿਆਂ ਨੂੰ ਪੜ੍ਹਾਈ ਦੇ ਤੌਰ 'ਤੇ ਝਿੜਕਾਂ ਵੀ ਦਿੰਦੀ ਹੁੰਦੀ ਸੀ ਵੀ ਨਹੀਂ ਤੁਸੀਂ ਪੜ੍ਹਦੇ ਨਹੀਂ, ਜੇ ਕਦੀ ਉਹਨਾਂ ਨੂੰ ਚਪੇੜ, ਹੀ ਵਾਜ਼ ਅਗੇਂਸਟ ਇਟ ਕਿ ਤੂੰ ਬੱਚਿਆਂ ਨੂੰ ਟੱਚ ਨਹੀਂ ਕਰਨਾ, ਕਿ ਇਹ ਤਰੀਕਾ ਨਹੀਂ ਹੈਗਾ ਬੱਚਿਆਂ ਨੂੰ ਸੁਧਾਰਨ ਦਾ। ਬੱਚਿਆਂ ਨੂੰ ਜੇ ਟ੍ਰੇਨਿੰਗ ਦੇਣੀ ਹੈ ਤਾਂ ਪਿਆਰ ਨਾਲ ਦਿਓ। ਅਤੇ ਬੱਚੇ ਵੀ ਹੁਣ ਉਸੇ ਤਰ੍ਹਾਂ ਹੀ ਹੈ। ਮੇਰਾ ਖਿਆਲ ਮੇਰੇ ਨਾਲੋਂ ਜ਼ਿਆਦਾ ਪਿਆਰ ਬੱਚਿਆਂ ਦਾ ਆਪਣੇ ਪਾਪਾ ਨਾਲ ਹੈ, ਕਿਉਂਕਿ ਪਾਪਾ ਨੇ ਕਦੀ ਅੱਜ ਤੱਕ ਉਹਨਾਂ ਨੂੰ ਆਪਣੇ ਮੂੰਹ ਉੱਚਾ ਲਫ਼ਜ਼ ਨਹੀਂ ਬੋਲਿਆ। ਸਾਡੇ 3 ਲੜਕੀਆਂ ਨੇ, ਤਿੰਨੋਂ ਲੜਕੀਆਂ ਉੱਤੇ ਸਵਿਮਿੰਗ ਚੈਂਪੀਅਨ ਰਹੀਆਂ ਨੇ ਆਪਣੇ ਚੰਡੀਗੜ੍ਹ ਦੀਆਂ। ਫॉर 5-6 ਸਾਲ ਨੈਸ਼ਨਲ 'ਚ ਮੇਰੀਆਂ ਲੜਕੀਆਂ ਗਈਆਂ ਸੀ। ਲੜਕਾ ਇੱਕੋ ਹੀ ਹੈ, ਉਹ ਸਭ ਤੋਂ ਛੋਟਾ ਹੈ, ਉਹ ਇਸ ਵੇਲੇ 19 ਸਾਲ ਦਾ ਹੈ, ਗੋਲਫ ਖੇਡਦਾ ਹੈ, ਏਸ਼ੀਆ ਜੂਨੀਅਰ ਚੈਂਪੀਅਨ ਹੈ, ਵਰਲਡ ਜੂਨੀਅਰ ਚੈਂਪੀਅਨ ਰਿਹਾ, ਫਿਰ ਨੰਬਰ 2 ਵੀ ਰਿਹਾ। ਆਫਟਰ ਮੈਰਿਜ ਇਹਨਾਂ ਨੂੰ ਸ਼ਿਕਾਰ ਦਾ ਬੜਾ ਸ਼ੌਕ ਸੀ। ਸ਼ਿਕਾਰ 'ਤੇ ਰਾਤਾਂ ਸ਼ਿਕਾਰ 'ਤੇ ਕੱਟਦੇ ਸੀ। 3-4 ਸਾਲ ਸ਼ਿਕਾਰ ਬੜੇ ਖੇਡਿਆ। ਸ਼ਿਕਾਰ ਵੀ ਮੈਨੂੰ ਨਹੀਂ ਸੀ ਪਸੰਦ ਕਿਉਂਕਿ ਪਾਪ ਹੈ। ਇਹ ਵੀ ਇਹਨਾਂ ਨੇ ਸੋਚ ਲਿਆ ਜਿਸਲੇ ਮੈਂ ਨਾ ਸ਼ੁਰੂ ਕੀਤਾ ਕਿ ਨਹੀਂ ਜੀ ਪਰ ਪਰਿੰਦਿਆਂ ਨੂੰ ਜਾਨਵਰਾਂ ਨੂੰ ਨਹੀਂ ਮਾਰਨਾ ਚਾਹੀਦਾ। ਇਹਨਾਂ ਨੇ ਫਿਰ ਆਪਣੇ ਦਿਲ ਜਿਸਲੇ ਆ ਗਈ ਇਹਨਾਂ ਦੀ ਗੱਲ ਵਿੱਚ, ਇਹਨਾਂ ਸ਼ਿਕਾਰ ਖੇਡਣਾ ਬੰਦ ਕਰ ਦਿੱਤਾ। ਉਸ ਤੋਂ ਬਾਅਦ ਥੋੜ੍ਹੀ ਦੇਰ ਤਾਸ਼ ਖੇਡਦੀ ਹੈ, ਪਰ ਉਸ ਤੋਂ ਬਾਅਦ ਫਿਰ ਤਾਸ਼ ਵੀ ਬੰਦ ਕਰ ਦਿੱਤੀ। ਫਿਰ ਅੱਜ ਕੱਲ੍ਹ ਜੋ ਇਹਨਾਂ ਦਾ, ਫਿਰ ਇਹਨਾਂ ਨੇ 1977 ਤੋਂ ਆਪਣੀ ਜਿਹੜੀ ਹੌਬੀ ਰੱਖੀ ਹੈ, ਸੋਸ਼ਲ ਲਾਈਫ ਵੀ ਇੰਨੀ ਨਹੀਂ ਹੁਣ ਹੈਗੀ, ਇਹਨਾਂ ਦੀ ਹੌਬੀ ਹੈਗੀ ਗੋਲਫ। ਖਾਣ ਪੀਣ ਦੀ ਇਹਨਾਂ ਦੀ ਹੈਬਿਟ ਹੈ ਵੇ, ਕਹਿ ਸਕਦੀ ਹਾਂ ਕਿ ਹੈਵੀ ਈਟਰ ਨਹੀਂ ਹੈਗੇ, ਲਾਈਟ ਈਟਰ ਨੇ। ਮੈਂ ਦੇਖਣੀ ਹਾਂ, ਪਰ ਪਸੰਦ ਕੀ ਕਰਦੇ ਜ਼ਿਆਦਾ ਨੋਨ ਵੈਜੀਟੇਰੀਅਨ, ਮਤਲਬ ਵੈਜੀਟੇਰੀਅਨ ਘੱਟ ਪਸੰਦ ਕਰਦੇ ਆ, ਕਿਉਂਕਿ ਸ਼ੁਰੂ ਤੋਂ ਮੇਰਾ ਖਿਆਲ ਹੈ ਬੀਇੰਗ ਐਥਲੀਟ ਇਹਨਾਂ ਨੂੰ ਮੀਟ ਵਗੈਰਾ ਜ਼ਿਆਦਾ ਖਾਣ ਦੀ ਆਦਤ ਸੀ। ਪਰ ਫਿਰ ਵੀ ਮੈਂ ਕਿਸੇ ਲਈ ਕਰ ਜਾਂਦੀ ਹਾਂ, ਕਿਉਂਕਿ ਗ੍ਰੀਨ ਵੈਜੀਟੇਬਲਸ ਬਹੁਤ ਜ਼ਰੂਰੀ ਨੇ, ਸਪੈਸ਼ਲੀ ਇਸ ਏਜ 'ਤੇ। ਸੋ ਮੈਂ ਸਬਸਟੀਚਿਊਟ ਕਈ ਵਾਰੀ ਮੰਗਲਵਾਰ ਦਾ ਬਹਾਨਾ ਲਗਾ ਕੇ, ਸ਼ਨੀਵਾਰ ਦਾ ਬਹਾਨਾ, ਵੀਰਵਾਰ ਦਾ ਬਹਾਨਾ ਲਗਾ ਕੇ ਇਹਨਾਂ ਨੂੰ ਮੀਟ ਅਵੋਇਡ ਕਰ ਦਿੰਦੀ। ਜੂਸ, ਸੂਪ ਰੋਜ਼ ਲਾਈਕ ਕਰਦੇ ਆ, ਸੂਪ ਜ਼ਰੂਰ ਹੋਵੇ, ਸਵੀਟ ਡਿਸ਼ ਹੋਵੇ, ਪਰ ਮਿੱਠੀ ਮਠਿਆਈ ਵਗੈਰਾ ਪਸੰਦ ਨਹੀਂ ਕਰਦੇ। ਐਕਸਰਸਾਈਜ਼ ਸਵੇਰੇ ਉੱਠ ਕੇ ਜ਼ਰੂਰੀ ਹੈ, ਭਾਵੇਂ ਗੋਲਫ ਖੇਡਣ ਭਾਵੇਂ ਨਾ ਖੇਡਣ। ਗੁੱਸਾ ਓਨਾ ਹੀ ਤੇਜ਼ ਹੈ ਜਿੰਨਾ ਤੇਜ਼ ਹੈ ਦੌੜਦੇ ਸੀ, ਪਰ ਉਹ ਹੈ ਜਦੋਂ ਆਵੇਗਾ ਬਹੁਤ ਤੇਜ਼ ਹੈ, ਔਰ ਗੁੱਸਾ ਦੇਰ ਤੱਕ ਰਹਿੰਦਾ। ਚਾਹੁੰਦੇ ਹੈ ਗੁੱਸਾ, ਮਤਲਬ ਕਿ ਉਹਨਾਂ ਦਾ ਪਿਆਰ ਬਹੁਤ ਹੈ। ਜੇ ਦਿਲ 'ਚ ਗੁੱਸਾ ਆਇਆ ਨਾ, ਬਹੁਤ ਤੇਜ਼ ਆਏਗਾ ਗੁੱਸਾ, ਔਰ ਮੈਨੂੰ ਵੀ ਸਮਝ ਆ ਜਾਂਦੀ ਹੈ ਇੰਨੀ ਦੇਰ ਰਹਿੰਦੇ ਹੋ ਗਈ ਹੈ, ਫਿਰ ਕਿਸੇ ਨਾਲ ਗੱਲ ਨਹੀਂ ਕਰ ਸਕਦੇ। ਇਹ ਨਹੀਂ ਕਿ ਮਾਰਨਾ ਕੁੱਟਣਾ, ਉਹ ਨਾ, ਬਸ ਚੁੱਪ ਤੋਂ ਪਤਾ ਲੱਗ ਜਾਂਦਾ ਇਹਨਾਂ ਦਾ ਵੀ ਇਹਨਾਂ ਨੂੰ ਖੂਨ ਉਬਲ ਰਿਹਾ, ਇਹਨਾਂ ਦਾ ਫੇਸ ਦੇ ਉੱਤੇ ਲੱਗ ਜਾਂਦਾ ਵੀ ਇਹਨਾਂ ਦਾ ਦਿਲ ਅੰਦਰੋਂ ਸੜ ਰਿਹਾ, ਖੂਨ ਸੜ ਰਿਹਾ। ਔਰ ਕਹਿੰਦੇ ਵੀ ਇਹੋ ਨੇ ਕਿ ਨਿੰਮੀ, ਜਿਸ ਵੇਲੇ ਤੂੰ ਮੈਨੂੰ ਕੋਈ ਐਸਾ ਘਰ ਵਿੱਚ ਗੁੱਸੇ ਦੀ ਗੱਲ ਹੋ ਜਾਂਦੀ, ਮੇਰਾ ਬੜਾ ਖੂਨ ਸੜਦਾ ਹੈ, ਅਤੇ ਟਰਾਈ ਵੀ ਜਿਹੜੀ ਗੱਲ ਮੈਨੂੰ ਨਹੀਂ ਪਸੰਦ, ਉਹ ਘਰ 'ਚ ਗੱਲ ਨਹੀਂ ਹੋਣੀ ਚਾਹੀਦੀ। ਜੋ ਵੀ ਇਹਨਾਂ ਨੂੰ ਆਪਣੇ ਉਸ ਟਾਈਮ ਦੇ ਲੋਕ ਮਿਲਣ ਆਉਂਦੇ ਹੈ, ਬੜਾ ਮਾਣ ਸਤਿਕਾਰ ਉਹਨਾਂ ਨੂੰ ਸ਼ੋ ਕਰਦੇ ਆ, ਪੂਰੀ ਖਾਤਰ ਤੋਂ ਜੋ ਕਰਦੇ ਆ। ਇਹਨਾਂ ਦਾ ਜਿਸ ਤਰ੍ਹਾਂ ਮੈਂ ਕਹਿ ਰਹੀ ਸੀ ਕਿ ਕਾਫੀ ਯਾਰ ਦੋਸਤ ਨੇ, ਹਰ ਕੈਟੇਗਰੀ ਦੇ, ਹਰ ਇੱਕ ਸਫੀਅਰ ਦੇ ਵਿੱਚ ਯਾਰ ਦੋਸਤ ਨੇ। ਇਹਨਾਂ ਦੀ ਆਪਸ ਵਿੱਚ ਕੰਟੈਕਟ IAS ਅਫਸਰ, IPS ਆਫਿਸਰਸ, ਜਿਨ੍ਹਾਂ ਨਾਲ ਗੋਲਫ ਖੇਡਦੇ ਨੇ, ਜਿਨ੍ਹਾਂ ਨਾਲ ਸੋਸ਼ਲ ਕੰਟੈਕਟਸ ਰੱਖਦੇ ਨੇ। ਇੱਕ ਵਾਰੀ ਮੈਂ ਦੇਖਿਆ ਕਿ ਮੈਂ ਵੀ ਉਸੇ ਗਰੁੱਪ ਵਿੱਚ ਬੈਠੀ ਹੋਈ ਸੀ, ਅਤੇ ਸਰਦਾਰ ਮਿਲਖਾ ਸਿੰਘ ਦੀ ਜਿਹੜੀ ਵੀ ਫਰੈਂਕਨੈਸ ਦੀ ਗੱਲ ਹੈ, ਜਿਹੜਾ ਕਿ ਕੋਈ ਹੋਰ ਐਥਲੀਟ ਜਾਂ ਸਪੋਰਟਸ में ਕੋਈ ਹੋਰ ਸਰਕਲ ਦਾ ਬੰਦਾ ਹੋਵੇ ਕੋਈ ਨਹੀਂ ਕਹਿ ਸਕਦਾ। ਉਹ ਕਹਿੰਦੇ ਵੀ ਤੁਹਾਡੇ ਵਰਗੇ IAS ਅਫਸਰ 1000 ਹਿੰਦੁਸਤਾਨ ਇੱਟ ਪੁੱਟੋ ਤੇ IAS ਅਫਸਰ ਮਿਲਦਾ। ਮਿਲਖਾ ਸਿੰਘ ਹਾਲੇ ਤੱਕ ਇੱਕੋ ਹੀ ਪੈਦਾ ਹੋਇਆ।
ਜਦੋਂ ਜਿਸਲੇ ਮੈਂ ਕਿਹਾ ਵੀ ਤੁਸੀਂ ਕੀ ਗੱਲ ਕਰਦੀ ਤੀ, ਕਹਿੰਦੇ ਫਿਰ ਕੀ ਹੋ ਗਿਆ, ਜੇ ਮੈਂ 4 ਜਮਾਤਾਂ ਪੜ੍ਹੇ ਹੁੰਦੇ ਜਿੰਨੇ IAS ਅਫਸਰ ਬੈਠੇ ਉਹਨਾਂ ਨੂੰ ਮੈਂ ਭੰਬੀਰੀ ਵਕਨ ਘੁਮਾ ਦਿੰਦਾ। ਸੋ ਇਹ ਗੱਲ ਹੈ ਇਹਨਾਂ ਦੀ ਫਰੈਂਕਨੈਸ ਦੀ। ਪਰ ਮੈਂ ਜਿਸ ਤਰ੍ਹਾਂ ਇਹਨਾਂ ਦੀ ਲਹਿਜਾ ਕਹਿਣ ਦਾ ਹੁੰਦਾ ਹੈ, ਪਿਆਰ ਦੇ ਨਾਲ, ਹਿਊਮਰ ਦੇ ਨਾਲ, ਮੇਰਾ ਖਿਆਲ ਉਹਨਾਂ ਨੇ ਵੀ ਜਿਹੜੇ IAS ਅਫਸਰਾਂ ਦੇ ਫਰੈਂਡ ਸੀ ਉਹਨਾਂ ਨੇ ਵੀ ਇਹਨੂੰ ਬੁਰੀ ਗੱਲ ਨਹੀਂ ਮਨਾਈ, ਰਾਦਰ ਐਪਰੀਸ਼ੀਏਟ ਕੀਤਾ। ਮਿਲਖਾ ਸਿੰਘ ਨੇ 1960 ਵਿੱਚ ਰੋਮ ਦੀਆਂ ਓਲੰਪਿਕ ਖੇਡਾਂ ਵਿੱਚ ਵਿਸ਼ਵ ਦਾ ਨਵਾਂ ਰਿਕਾਰਡ ਕਾਇਮ ਕੀਤਾ, ਪਰ ਉਹ ਸੋਨ ਤਗਮਾ ਨਾ ਜਿੱਤ ਸਕਿਆ ਕਿਉਂਕਿ ਰੇਸ ਦੇ ਖਤਮ ਹੋਣ ਤੋਂ ਕੁਝ ਛਿਣ ਪਹਿਲਾਂ ਮਿਲਖਾ ਸਿੰਘ ਨੇ ਰਿਦਮ ਤੋੜ ਕੇ ਪਿੱਛੇ ਆਉਂਦੇ ਦੌੜਾਕ ਵੱਲ ਵੇਖ ਲਿਆ ਸੀ। 1958 ਵਿੱਚ ਇੰਗਲੈਂਡ ਵਿੱਚ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਮਿਲਖਾ ਸਿੰਘ ਨੇ 440 ਮੀਟਰ ਦਾ ਨਵਾਂ ਰਿਕਾਰਡ ਕਾਇਮ ਕੀਤਾ। 1960 ਵਿੱਚ ਹੀ ਰਾਸ਼ਟਰੀ ਖੇਡਾਂ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਰਿਕਾਰਡ ਤੋੜੇ। 1959 ਵਿੱਚ ਅਮਰੀਕਾ ਸਰਕਾਰ ਨੇ ਮਿਲਖਾ ਸਿੰਘ ਨੂੰ ਹੈਲਮਸ ਅਵਾਰਡ ਦੇ ਕੇ ਵਿਸ਼ਵ ਦਾ ਸਰਵੋਤਮ ਐਥਲੀਟ ਕਰਾਰ ਦਿੱਤਾ। ਉੱਨੀ ਸੌ 61 ਵਿੱਚ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਪ੍ਰਤਾਪ ਸਿੰਘ ਕੈਰੋ ਨੇ ਮਿਲਖਾ ਸਿੰਘ ਨੂੰ ਫੌਜ ਛੱਡਣ ਲਈ ਮਨਾ ਲਿਆ ਅਤੇ ਪ੍ਰਧਾਨ ਮੰਤਰੀ ਸ਼੍ਰੀ ਜਵਾਹਰ ਲਾਲ ਨਹਿਰੂ ਜੀ ਨੂੰ ਕਹਿ ਕੇ ਫੌਜ 'ਚੋਂ ਨਾਂ ਕਟਵਾ ਦਿੱਤਾ। ਮਿਲਖਾ ਸਿੰਘ ਨੂੰ ਪੰਜਾਬ ਦੇ ਖੇਡ ਵਿਭਾਗ ਦਾ ਡਿਪਟੀ ਡਾਇਰੈਕਟਰ ਲਾ ਦਿੱਤਾ ਗਿਆ। ਜਿਹੜੇ ਬੂਟ ਪਾ ਕੇ ਮਿਲਖਾ ਸਿੰਘ ਨੇ 1960 ਦੀਆਂ ਰੋਮ ਓਲੰਪਿਕ ਵਿੱਚ 400 ਮੀਟਰ ਦਾ ਵਿਸ਼ਵ ਰਿਕਾਰਡ ਤੋੜਿਆ ਸੀ, ਉਹ ਬੂਟ ਅੱਜ ਵੀ ਦਿੱਲੀ ਦੇ ਸਪੋਰਟਸ ਮਿਊਜ਼ੀਅਮ ਵਿੱਚ ਸਾਂਭੇ ਪਏ ਨੇ। ਮਿਲਖਾ ਸਿੰਘ ਦੀ ਹਾਲੇ ਇਹ ਖੁਆਇਸ਼ ਹੈ ਕਿ ਕੋਈ ਭਾਰਤੀ ਖਿਡਾਰੀ ਓਲੰਪਿਕ ਵਿੱਚ ਭਾਰਤੀ ਝੰਡਾ ਲਹਿਰਾਏ। ਅਗਰ ਅਸੀਂ ਓਲੰਪਿਕ ਖੇਲਾਂ ਦੇ ਵਿੱਚ ਕੁਝ ਕਰਨਾ ਹੈ ਤੇ ਉਹਦੇ ਲਈ ਤਾਂ ਹਾਰਡ ਵਰਕ, ਡਿਸਿਪਲਿਨ, ਕਰੈਕਟਰ ਔਰ ਵਿਲ ਪਾਵਰ ਦੀ ਲੋੜ ਹੈ। ਅਗਰ ਉਹ ਨਹੀਂ ਤਾਂ ਸਾਡੇ ਨੌਜਵਾਨ ਅੱਗੇ ਨਹੀਂ ਜਾ ਸਕਦੇ। ਔਰ ਇਹ ਵੀ ਮੈਂ ਇਸ ਗੱਲ ਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿੰਨਾ ਇੱਕ ਹਾਰਡ ਵਰਕ ਹਿੰਦੁਸਤਾਨੀ ਆਦਮੀ ਜਾਂ ਪੰਜਾਬੀ ਆਦਮੀ ਕਰ ਸਕਦਾ ਹੈ, ਉਹ ਦੁਨੀਆ ਦਾ ਕੋਈ ਆਦਮੀ ਨਹੀਂ ਕਰ ਸਕਦਾ, ਕਿਉਂਕਿ ਮੈਂ ਸਾਰੀ ਦੁਨੀਆ ਘੁੰਮ ਕੇ ਦੇਖ ਲਈ ਹੈ। ਮਗਰ ਉਹਨਾਂ ਲੋਕਾਂ ਦੀ ਸਿੰਸੈਰਿਟੀ ਹੈ, ਇੰਨਾ ਹਾਰਡ ਵਰਕ ਨਹੀਂ ਕਰਦੇ ਜਿੰਨਾ ਕਿ ਅਸੀਂ ਲੋਕ ਕਰਦੇ ਹਾਂ। ਉਹ ਜਿਹੜਾ ਵੀ ਕੰਮ ਕਰਦੇ ਨੇ ਤਰੀਕੇ ਨਾਲ ਕਰਦੇ ਨੇ, ਜਿੰਨੀ ਕੁ ਉਹਨਾਂ ਕੋਲ ਤਾਕਤ ਹੈ ਉਸ ਤਾਕਤ ਨੂੰ ਪੂਰੇ ਢੰਗ ਨਾਲ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦੇ ਨੇ। ਅਸੀਂ ਉਹ ਪੰਜਾਬੀ ਵਾਲੀ ਗੱਲ ਕਿ ਅੰਧਾ ਧੁੰਦੀ ਜ਼ੋਰ ਲਾਈ ਜਾਂਦੇ ਹਾਂ, ਮਗਰ ਉਹ 'ਚੋਂ ਨਿਕਲਦਾ ਕੁਛ ਵੀ ਨਹੀਂ। ਕਿਉਂਕਿ ਮੈਂ ਬਹੁਤ ਦਫਾ ਦੇਖਿਆ, ਜਦ ਵੀ ਮੈਂ ਜਾਣਾ ਕਿਸੇ ਸਟੇਡੀਅਮ ਵਿੱਚ ਜਾਵਾਂ, ਅਗਰ 500 ਬੱਚਾ ਖੜੋਤਾ ਹੈ तो मैं 500 बच्चे ਨੂੰ कहना कि भी ਕਿਹੜਾ ਬੱਚਾ ਜਿਹੜਾ ਕਿ ਮਿਲਖਾ ਸਿੰਘ ਦਾ ਰਿਕਾਰਡ ਤੋੜਨਾ ਚਾਹੁੰਦਾ, ਉਹ 500 ਹੱਥ ਖੜਾ ਕਰ ਦਿੰਦੇ ਨੇ। ਮਗਰ ਹੱਥ ਖੜਾ ਕਰਨ ਨਾਲ ਤਾਂ ਰਿਕਾਰਡ ਨਹੀਂ ਟੁੱਟਣਾ। ਰਿਕਾਰਡ ਟੁੱਟਣਾ ਹੈ ਅਗਰ ਉਹ ਮਿਹਨਤ ਕਰਨਗੇ, ਉਹਨਾਂ 'ਚ ਵਿਲ ਪਾਵਰ ਹੋਏਗੀ, ਉਹਨਾਂ 'ਚ ਡਿਸਿਪਲਿਨ ਹੋਏਗਾ, ਉਹਨਾਂ 'ਚ ਕਰੈਕਟਰ ਹੋਏਗਾ। ਇਹ ਨਹੀਂ ਕਿ ਗਰਾਊਂਡ 'ਤੇ ਗਏ ਔਰ ਜਾ ਕੇ ਕੰਮ ਤਾਂ ਕੀਤਾ 5-10 ਮਿੰਟ ਔਰ 2 ਘੰਟੇ ਗੱਪਾਂ ਮਾਰ ਲਈਆਂ। ਇਸ ਢੰਗ ਦੇ ਨਾਲ ਅਸੀਂ ਦੁਨੀਆ ਦੇ ਸਟੈਂਡਰਡ 'ਤੇ ਨਹੀਂ ਪਹੁੰਚ ਸਕਦੇ। ਦੁਨੀਆ ਦੀ ਜਿਹੜੀਆਂ ਇੰਟਰਨੈਸ਼ਨਲ ਰੇਸਿਸ ਮੈਂ ਦੌੜੀਆਂ ਸਾਰੀਆਂ 80 ਇੰਟਰਨੈਸ਼ਨਲ ਰੇਸਿਸ ਦੌੜੀਆਂ, ਜਿਹਦੇ 'ਚ ਕਿ ਮੈਂ 77 ਰੇਸਿਸ ਜਿੱਤੀਆਂ ਔਰ 200 ਮੀਟਰ ਦਾ ਜਿਹੜਾ ਮੇਰਾ ਰਿਕਾਰਡ ਸੀ ਉਹ ਸੀ 20.7, ਜਿਹੜਾ ਕਿ ਅੱਜ ਤੱਕ ਕੋਈ ਵੀ ਇੰਡੀਅਨ 30 ਸਾਲਾਂ ਦੇ ਵਿੱਚ ਨਾ 200 ਮੀਟਰ ਔਰ ਨਾ ਹੀ 400 ਮੀਟਰ ਦਾ ਰਿਕਾਰਡ ਜਿਹੜਾ ਹੈ ਉਹ ਟੱਚ ਕਰ ਸਕਿਆ। ਅਤੇ ਮੈਂ ਇਹਨਾਂ ਬੱਚਿਆਂ ਨੂੰ ਇਹੋ ਹੀ ਕਹਾਂਗਾ, ਕਿਉਂਕਿ ਇਸ ਵੇਲੇ ਮੇਰੀ ਉਮਰ ਹੋ ਗਈ ਹੈ 60 ਸਾਲ ਦੀ। 60 ਸਾਲਾਂ 'ਚ ਤਾਂ ਹਿੰਦੁਸਤਾਨ ਕੋਈ ਮਿਲਖਾ ਸਿੰਘ ਪੈਦਾ ਨਹੀਂ, ਇਹਨਾਂ 30 ਸਾਲਾਂ 'ਚ ਨਹੀਂ ਕਰ ਸਕਿਆ। ਮਗਰ ਮੇਰੀ ਖੁਆਇਸ਼ ਇਹ ਜ਼ਰੂਰ ਹੈ ਕਿ ਮੇਰੇ ਮਰਨ ਤੋਂ ਪਹਿਲਾਂ ਮੈਂ ਦੇਖਣਾ ਚਾਹੁੰਦਾ ਕਿ ਹਿੰਦੁਸਤਾਨ ਦੇ ਵਿੱਚੋਂ ਕੋਈ ਇਹੋ ਜਿਹਾ ਨੌਜਵਾਨ ਲੜਕਾ ਜਾਂ ਲੜਕੀ ਉੱਠਣੀ ਚਾਹੀਦੀ ਹੈ ਜਿਹੜਾ ਅੱਗੇ ਵੱਧ ਕੇ ਸਾਡੇ ਹਿੰਦੁਸਤਾਨ ਦਾ ਤਿਰੰਗਾ ਝੰਡਾ ਓਲੰਪਿਕ ਖੇਲਾਂ 'ਚ ਲਹਿਰਾਵੇ, ਜਿਹਦੇ ਲਈ ਤੁਹਾਨੂੰ ਪਤਾ ਹੈ ਕਿ ਹਜ਼ਾਰਾਂ ਹੀ ਲੋਕਾਂ ਨੇ ਜਾਨਾਂ ਕੁਰਬਾਨ ਕੀਤੀਆਂ। ਉਹ ਅਸੀਂ ਦੇਖਣਾ ਚਾਹੁੰਦੇ ਹਾਂ ਔਰ ਸਾਡਾ ਸਾਰਾ ਦੇਸ਼ ਦੇਖਣਾ ਚਾਹੁੰਦਾ ਹੈ ਕਿ ਓਲੰਪਿਕ ਖੇਲਾਂ 'ਚ ਸਾਡਾ ਜਿਹੜਾ ਤਿਰੰਗਾ ਝੰਡਾ ਉੱਤੇ ਜਾਣਾ ਚਾਹੀਦਾ ਔਰ ਨੈਸ਼ਨਲ ਐਂਥਮ ਵੱਜਣਾ ਚਾਹੀਦਾ, ਜਿਹੜਾ ਕਿ ਕਈਆਂ ਸਾਲਾਂ ਤੋਂ ਜਿਹੜਾ ਹੈ ਇਹ ਖਤਮ ਹੋਇਆ ਹੋਇਆ। ਮੈਂ ਅਨਾਊਂਸ ਕੀਤਾ ਹੈ ਕਿ ਵੀ ਜਿਹੜਾ ਵੀ ਬੱਚਾ ਹਿੰਦੁਸਤਾਨ ਦੇ ਵਿੱਚੋਂ ਉੱਠ ਕੇ
ਮਿਲਖਾ ਸਿੰਘ ਦਾ 400 ਮੀਟਰ ਦਾ ਰਿਕਾਰਡ ਤੋੜੇਗਾ, ਉਸ ਨੂੰ ਮੈਂ ਆਪਣੀ ਜੇਬ ਤੋਂ 20,000 ਰੁਪਈਆ ਇਨਾਮ ਦਿਆਂਗਾ ਔਰ ਉਸ ਬੱਚੇ ਨੂੰ ਉਹਦੀ ਪਿੱਠ ਤੇ ਹੱਥ ਫੇਰਾਂਗਾ ਕਿ ਵੀ ਉਹ ਬੱਚਾ ਜਿਹੜਾ ਜਿਹਨੇ ਮਿਲਖਾ ਸਿੰਘ ਦਾ ਰਿਕਾਰਡ ਤੋੜਿਆ, ਅਗਰ ਉਹ ਰਿਕਾਰਡ ਤੋੜੇਗਾ ਤੇ ਉਹ ਸਾਡੇ ਹਿੰਦੁਸਤਾਨ ਦਾ ਨਾਂ ਜਿਹੜਾ ਹੈ ਉਹ ਓਲੰਪਿਕ ਖੇਲਾਂ ਦੇ ਵਿੱਚ ਜਾ ਕੇ ਕਰ ਸਕਦਾ ਹੈ। ਜਿੱਥੇ ਭਾਰਤ ਨੂੰ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਪੰਡਿਤ ਨਹਿਰੂ ਕਰਕੇ ਜਾਣਿਆ ਜਾਂਦਾ ਏ, ਉੱਥੇ ਅੰਤਰਰਾਸ਼ਟਰੀ ਖੇਡਾਂ ਵਿੱਚ ਭਾਰਤ ਨੂੰ ਵਿਸ਼ਵ ਫਲਾਇੰਗ ਸਿੱਖ ਮਿਲਖਾ ਸਿੰਘ ਕਰਕੇ ਜਾਣਦਾ ਏ ਤੇ ਇਹੀ ਸਾਡੇ ਲਈ ਗੌਰਵ ਏ।